ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਕਤੀ ਕੀ ਹੈ? ਇਹ ਸਵਾਲ ਆਮ ਪੈਦਾ ਹੁੰਦਾ ਹੈ ਤੇ ਆਮ ਪੁੱਛਿਆ ਜਾਂਦਾ ਹੈ। ਕੌਣ ਮੁਕਤ ਹੁੰਦਾ ਹੈ, ਕੌਣ ਮੁਕਤ ਨਹੀਂ ਹੁੰਦਾ? ਕਿਉਂਕਿ ਸਾਡੇ ਸਮਾਜ ਵਿੱਚ ਜੋ ਸਾਨੂੰ ਮਿਲਿਆ ਉਹਦੇ ਵਿੱਚੋਂ ਸਾਡੇ ਸਵਾਲ ਪੈਦਾ ਹੁੰਦੇ ਨੇ। ਇਹ ਸਵਾਲ ਵੀ ਇੱਕ ਆਮ ਪੈਦਾ ਹੋ ਜਾਂਦਾ ਹੈ ਕਿ ਜੋ ਸਾਡਾ ਆਪਣਾ ਇਸ ਸੰਸਾਰ ਤੋਂ ਚੜ੍ਹਾਈ ਕਰ ਗਿਆ, ਕਿ ਉਹ ਮੁਕਤ ਹੋਇਆ ਹੈ, ਮੁਕਤੀ ਮਿਲ ਗਈ। ਤਾਂ ਮੁਕਤੀ ਦੇ ਲਈ ਹੀ ਅਸੀਂ ਜਿੰਨੇ ਵੀ ਧਾਰਮਿਕ ਰਿਵਾਜ਼, ਧਾਰਮਿਕ ਕਿਰਿਆਵਾਂ ਆਮ ਕਰਕੇ ਘਰਾਂ ਵਿੱਚ ਕਰਦੇ ਹਾਂ। ਹੋਰ ਲੋਕ ਜਿਨ੍ਹਾਂ ਦੀ ਹੋਰ ਮਰਿਆਦਾ ਹੈ, ਆਪੋ ਆਪਣਾ ਵਿਚਾਰ, ਧਰਮ, ਗ੍ਰੰਥ ਜੋ ਉਹਨਾਂ ਨੂੰ ਮਿਲਦਾ ਹੈ, ਜੋ ਕਰਦੇ ਹਨ, ਉਹਨਾਂ ਦੀ ਅਲੱਗ ਗੱਲ ਹੈ। ਪਰ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਸਿੱਖ ਵੀ ਨਿਗਲਿਆ ਜਾ ਰਿਹਾ ਹੈ, ਇਸ ਵਿੱਚ ਗਰਸਿਆ ਜਾ ਰਿਹਾ ਹੈ। ਕੋਈ ਪੁਰਾਣੀ ਚੜ੍ਹਾਈ ਕਰਨ ਤੋਂ ਬਾਅਦ ਵਿੱਚ ਇਹਦੀ ਸੋਚ ਵਿੱਚ ਵੀ ਇਹ ਹੈ ਕਿ ਉਹ ਪੁਰਾਣੀ ਮੁਕਤ ਹੋਇਆ ਹੈ ਜਾਂ ਨਹੀਂ ਹੋਇਆ, ਮੈਂ ਮੁਕਤੀ ਕਿਵੇਂ ਹਾਸਲ ਕਰਾਂਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 293 ਦੇ ਉੱਤੇ ਸੁਖਮਨੀ ਸਾਹਿਬ ਦੇ ਵਿੱਚ ਆਮ ਆਪਾਂ ਪੜ੍ਹਦੇ ਹਾਂ, ਉਹ ਧਨਵੰਤ ਕੁਲਵੰਤ ਪਤਵੰਤ। ਮਹਾਰਾਜ ਕਹਿੰਦੇ ਉਹੀ ਉੱਚੀ ਕੁਲ ਦਾ ਹੈ, ਉਹੀ ਉੱਚੀ ਜ਼ਾਤ ਦਾ ਹੈ, ਉਹੀ ਦੌਲਤ ਵਾਲਾ ਹੈ। ਕੌਣ? ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ। ਉਹੀ ਜਿਉਂਦਿਆਂ ਜੀ ਮੁਕਤ ਹੋ ਗਿਆ। ਮਰਨ ਤੋਂ ਬਾਅਦ ਦੀ ਮੁਕਤੀ ਦਾ ਕੋਈ ਕਨਫਰਮ ਨਹੀਂ, ਪਰ ਇੱਥੇ ਮੁਕਤੀ ਕਨਫਰਮ ਹੈ। ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਜਿਸ ਦੇ ਹਿਰਦੇ ਵਿੱਚ ਰੱਬੀ ਗੁਣ ਆ ਗਏ, ਗੁਰੂ ਸਾਹਿਬ ਕਹਿੰਦੇ ਜਿਉਂਦਿਆਂ ਜੀ ਮੁਕਤ ਹੈ। ਤੇ ਇਹ ਸ਼ਬਦ ਵਿਚਾਰਨਾ ਬੜਾ ਜ਼ਰੂਰੀ ਹੈ ਮੁਕਤੀ ਦੇ ਉੱਤੇ ਜੋ ਸਾਡਾ ਸਵਾਲ ਹੈ। ਕਿਉਂਕਿ ਅਸੀਂ ਆਮ ਕਰਕੇ ਪਾਠ ਕਰਾਉਂਦੇ ਹਾਂ, ਕਿਉਂਕਿ ਸਾਡੇ ਦੇਖੋ ਪਾਠ ਕਰਾਉਣਾ ਤਾਂ ਬੜੀ ਚੰਗੀ ਗੱਲ ਹੈ, ਪਰ ਕਿਸ ਸੋਚ ਨੂੰ ਲੈ ਕੇ ਕਰਾ ਰਹੇ ਹਾਂ। ਮੈਂ ਤਾਂ ਅਕਸਰ ਕਹਿੰਦਾ ਹੁੰਦਾ, ਕਿਹੜਾ ਸਿੱਖ ਹੈ? ਕਿੰਨੇ ਗੁਰਦੁਆਰੇ ਨੇ, ਕਿੰਨੇ ਗੁਰੂਦੁਆਰਿਆਂ ਦੇ ਵਿੱਚ ਮਹਾਰਾਜ ਦੇ ਸਰੂਪ ਪਏ ਹਨ, 6-6 7-7 ਮਹਾਰਾਜ ਦੇ ਸਰੂਪ ਪਏ ਹਨ। ਅਤੇ ਕਿੰਨੇ ਘਰਾਂ ਦੇ ਵਿੱਚ ਹਰ ਦੂਜੇ ਦਿਨ, ਤੀਜੇ ਦਿਨ ਇੱਕ ਘਰ ਦੇ ਵਿੱਚ 3-3 ਵਾਰ, 3-3 ਘਰਾਂ 'ਚ ਇੱਕ ਦਿਨ ਦੇ ਵਿੱਚ ਮਹਾਰਾਜ ਦਾ ਸਰੂਪ ਜਾਂਦਾ ਹੈ। ਕਿਹੜਾ ਘਰ ਹੈ, ਕੌਣ ਸਿੱਖ ਹੈ ਜਿਹੜਾ ਇਹ ਗੱਲ ਕਹਿ ਰਿਹਾ ਕਿ ਮੈਂ ਮਹਾਰਾਜ ਦੀ ਬਾਣੀ ਨੂੰ ਪੜ੍ਹਨ ਸਮਝਣ ਦੇ ਲਈ ਮਹਾਰਾਜ ਦਾ ਸਰੂਪ ਘਰ ਲੈ ਕੇ ਜਾ ਰਿਹਾ ਹਾਂ? ਕੌਣ ਕਹਿ ਰਿਹਾ ਹੈ? ਪੜ੍ਹਨ ਲਈ, ਸਮਝਣ ਲਈ ਤੇ ਕੋਈ ਨਹੀਂ ਲੈ ਕੇ ਜਾ ਰਿਹਾ, ਕੋਈ ਉਪਰਾਲਾ ਨਹੀਂ ਕਰ ਰਿਹਾ। ਅਸੀਂ ਕੀ ਕਰ ਰਹੇ ਹਾਂ ਜੀ? ਘਰ ਦੀ ਸ਼ੁੱਧੀ ਕਰਨੀ ਹੈ। ਮਤਲਬ ਬੰਦੇ ਨੇ ਆਪਣੇ ਦਿਮਾਗ ਦੀ ਸ਼ੁੱਧੀ ਨਹੀਂ ਕਰਨੀ, ਮੈਂ ਆਪਣੀ ਨੇਚਰ ਦੀ ਸ਼ੁੱਧੀ ਨਹੀਂ ਕਰਨੀ, ਮੈਂ ਆਪਣੀਆਂ ਆਦਤਾਂ ਦੀ ਸ਼ੁੱਧੀ ਨਹੀਂ ਕਰਨੀ, ਮੈਨੂੰ ਘਰ ਦੀ ਸ਼ੁੱਧੀ ਚਾਹੀਦੀ ਹੈ। ਕੋਈ ਐਸਾ ਜਲ ਦੇ ਦਿਓ, ਕੋਈ ਮਟੀਰੀਅਲ ਦੇ ਦਿਓ ਜਿਹੜਾ ਮੈਂ ਛਿੱਟਾ ਮਾਰਾਂ, ਘਰ 'ਚ ਲਾ ਦਿਆਂ ਅਤੇ ਉਹ ਧੂੰਆਂ ਹੁੰਦਾ ਰਹੇ, ਛਿੱਟਿਆਂ ਦੇ ਦੁਆਰਾ ਘਰ 'ਚ ਸ਼ੁੱਧੀ ਹੋ ਜਾਵੇ। ਸ਼ੁੱਧੀ ਵਿਚਾਰਾਂ ਨਾਲ ਹੋਵੇਗੀ। ਬਾਣੀ ਦੇ ਵਿਚਾਰ ਜਦੋਂ ਸਾਡੇ ਸੋਚ ਵਿੱਚ ਆਉਣਗੇ, ਕਿਉਂਕਿ ਜਿੰਨੇ ਵੀ ਝਗੜੇ ਨੇ, ਝਗੜਾ ਘਰ ਥੋੜ੍ਹੀ ਕਰ ਰਿਹਾ, ਘਰ ਦੀਆਂ ਦੀਵਾਰਾਂ ਥੋੜ੍ਹੀ ਲੜ ਰਹੀਆਂ ਨੇ, ਘਰ ਦੀਆਂ ਕੰਧਾਂ ਥੋੜ੍ਹੀ, ਘਰ ਦੇ ਕਿਤੇ ਪੱਖੇ ਥੋੜ੍ਹਾ ਆਪਸ ਵਿੱਚ ਲੜ ਰਹੇ ਨੇ, ਕਿਤੇ ਘਰ ਦੀਆਂ ਟੂਟੀਆਂ, ਪਰਦੇ, ਦਰਵਾਜ਼ੇ ਆਪਸ ਵਿੱਚ ਗੁੱਥਮ ਗੁੱਥਾ ਹੋ ਰਹੇ ਨੇ। ਲੜ ਬੰਦਾ ਰਿਹਾ ਹੈ, ਕਸੂਰ ਹੋ ਗਿਆ ਘਰ ਦਾ। ਅਤੇ ਜਿਹੜਾ ਬੰਦੇ ਦਾ ਸੁਭਾਅ ਲੜ ਰਿਹਾ ਹੈ, ਸ਼ੁੱਧੀ ਤੇ ਬੰਦੇ ਦੇ ਸੁਭਾਅ ਦੀ ਹੋਣੀ ਚਾਹੀਦੀ ਹੈ। ਅਤੇ ਬੰਦਾ ਸ਼ੁੱਧੀ ਕਰਨ ਚੱਲਿਆ ਘਰ ਦੀ, ਮਹਾਰਾਜ ਦੇ ਚਰਨ ਆਮ ਕਰਕੇ 4-4 ਆਪਾਂ ਦੇਖਦੇ ਹਾਂ ਮੰਜ਼ਿਲਾਂ ਹੁੰਦੀਆਂ ਨੇ। ਜਦੋਂ ਪਾਠ ਚੱਲਦਾ ਹੈ ਉਦੋਂ ਸਾਨੂੰ ਕੋਈ ਮਤਲਬ ਨਹੀਂ ਹੁੰਦਾ। ਜਿਵੇਂ ਹੀ ਅਸੀਂ ਮਹਾਰਾਜ ਦੇ ਸੇਵਾ ਸੰਭਾਲ ਕੀਤੀ, ਮਹਾਰਾਜ ਦੇ ਸਰੂਪ ਨੂੰ ਸਿਰ 'ਤੇ ਲਿਆ, ਫਿਰ ਕਹਿੰਦੇ ਜੀ ਸਾਡੀ ਦੂਜੀ ਮੰਜ਼ਿਲ ਵੀ ਚਰਨ ਪਾ ਦਿਓ, ਤੀਜੀ ਮੰਜ਼ਿਲ ਵੀ ਚਰਨ ਪਾ ਦਿਓ, ਚੌਥੀ ਮੰਜ਼ਿਲ ਵੀ ਮਹਾਰਾਜ ਦੇ ਚਰਨ ਪਵਾ ਦਿਓ। ਤਾਂ ਅਸੀਂ ਇਹ ਗੇੜਾ ਕੱਢ ਕੇ ਆਪਣੀ ਸੋਚ ਮੁਤਾਬਕ ਵੀ ਅਸੀਂ ਘਰ ਦੀ ਸ਼ੁੱਧੀ ਕਰ ਲਈ, ਮਹਾਰਾਜ ਦੇ ਚਰਨ ਪਵਾ ਲਏ, ਪਰ ਅਸੀਂ ਗਹਿਰਾ ਨਹੀਂ ਗਏ। ਕਦੇ ਅਸੀਂ ਸਮਝਿਆ ਨਹੀਂ ਹੈ ਕਿ ਅਸਲ ਗੱਲ, ਅਸਲ ਵਿਚਾਰ ਕੀ ਹੈ। ਕੋਈ ਟੀਚਰ ਆਇਆ ਹੋਵੇ, ਉਸ ਟੀਚਰ ਕੋਲ ਬੈਠ ਕੇ ਅਸੀਂ ਇੰਗਲਿਸ਼ ਪੜ੍ਹਨੀ ਸਿੱਖਣੀ ਹੈ। ਕੋਈ ਟੀਚਰ ਆਇਆ ਹੋਵੇ, ਉਹਨੂੰ ਅਸੀਂ ਪ੍ਰੈਜੈਂਟ, ਪਾਸਟ, ਫਿਊਚਰ ਇਹਨਾਂ ਦੀ ਜੋ ਅੱਗੇ ਪਾਰਟ ਨੇ
ਕੀ ਅਸੀਂ ਬੋਲਣਾ ਹੈ, ਕਿਹੜਾ ਲਫ਼ਜ਼ ਕਰੈਕਟ ਹੈ, ਕਿਹੜਾ ਲਫ਼ਜ਼ ਨਹੀਂ ਸਹੀ ਹੈ, ਅਸੀਂ ਇਹ ਸਿੱਖਣਾ ਹੈ। ਜਾਂ ਅਸੀਂ ਆਪਣੇ ਟੀਚਰ ਦੇ ਚਰਨ ਪਵਾ ਲੈਣੇ ਆ, ਟੀਚਰ ਨੂੰ ਕਹੀਏ ਤੁਸੀਂ ਦੂਜੀ ਮੰਜ਼ਿਲ ਵੀ ਗੇੜਾ ਮਾਰ ਆਓ, ਤੀਜੀ ਮੰਜ਼ਿਲ ਵੀ ਗੇੜਾ ਮਾਰ ਆਓ। ਗੱਲ ਸੀ ਗੁਰਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦਾ ਵਿਸ਼ਾ। ਤੋ ਸਾਨੂੰ ਇੰਝ ਹੋਇਆ ਵੀ ਜੋ ਪੁਰਾਣੀ ਸੰਸਾਰ ਤੋਂ ਗਿਆ ਉਹ ਖੋਰੇ ਪਤਾ ਨਹੀਂ ਉਹ ਮੁਕਤ ਹੋਇਆ ਜਾਂ ਨਹੀਂ ਹੋਇਆ, ਉਹਦੀ ਮੁਕਤੀ ਦੇ ਲਈ ਅਸੀਂ ਪਾਠ ਕਰਾਉਣਾ ਹੈ। ਮਹਾਰਾਜ ਕਹਿੰਦੇ ਤੂੰ ਜਿਉਂਦਿਆਂ ਜੀ ਮੁਕਤ ਹੋ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ। ਜੀਵਨ ਮੁਕਤ ਹੁੰਦਾ ਜੀ ਜਿਉਂਦਿਆਂ ਜੀ ਮੁਕਤ ਹੋਣਾ। ਹੁਣ ਸਵਾਲ ਇਹ ਹੈ ਅਸੀਂ ਕਿਹਨਾਂ ਤੋਂ ਮੁਕਤ ਹੋਣਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਚਾਰ ਆਉਂਦਾ ਹੈ, ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ। ਗੁਰੂ ਸਾਹਿਬ ਕਹਿੰਦੇ ਜਿੰਨੇ ਵੀ ਸਾਡੇ ਔਗਣ ਹਨ, ਜਿੰਨੀ ਵੀ ਸਾਡੀਆਂ ਬੁਰੀਆਂ ਆਦਤਾਂ ਨੇ, ਉਹ ਸਾਡੇ ਗਲ ਦੇ ਵਿੱਚ ਜੰਜੀਰ ਦੀ ਨਿਆਈ ਹਨ। ਅਸੀਂ ਉਹਨਾਂ ਜੰਜੀਰਾਂ ਨੂੰ ਲਾਉਣਾ ਹੈ, ਅਸੀਂ ਉਹਨਾਂ ਬੰਧਨਾਂ ਨੂੰ ਤੋੜਨਾ ਹੈ, ਕਿਉਂਕਿ ਜਦੋਂ ਤੱਕ ਬੰਧਨ ਪਿਆ ਹੋਇਆ ਹੈ ਉਦੋਂ ਤੱਕ ਅਸੀਂ ਮੁਕਤ ਨਹੀਂ ਹੋ ਸਕਦੇ। ਬੜੇ ਪਿਆਰ ਸਹਿਤ ਆਪਾਂ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਹਾਂ। ਅਖੀਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇਹ ਤੇ ਗੱਲ ਕੀਤੀ ਹੈ ਵੀ ਜਦੋਂ ਤੱਕ ਤੁਸੀਂ ਬੰਧਨ 'ਚੋਂ ਮੁਕਤ ਨਹੀਂ ਹੋਏ ਉਦੋਂ ਤੱਕ ਤੁਸੀਂ ਪ੍ਰਾਪਤੀ ਨਹੀਂ ਕਰ ਸਕਦੇ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਜਦੋਂ ਤੁਸੀਂ ਆਪਣੀ ਆਤਮਿਕ ਤਾਕਤ ਤਿਆਗ ਦਿੱਤੀ, ਬੰਧਨਾਂ ਦੇ ਵਿੱਚ ਪੈ ਜਾਓਗੇ। ਫਿਰ ਅੱਗੇ ਮਹਾਰਾਜ ਨੇ ਕਿਹਾ ਬਲ ਹੋਆ, ਤਾਕਤ ਪੈਦਾ ਕਰੋਗੇ ਤੁਸੀਂ, ਆਪਣੇ ਆਪ ਵਿੱਚ ਕੌਨਫੀਡੈਂਸ ਲੈ ਕੇ ਆਓਗੇ, ਗੁਰੂ ਨਾਲ ਜੁੜੋਗੇ। ਬਲ ਹੋਆ, ਫਿਰ ਕੀ ਹੋਵੇਗਾ, ਬੰਧਨ ਛੁਟੇ, ਫਿਰ ਬੰਧਨਾਂ ਤੋਂ ਛੁਟਕਾਰਾ ਮਿਲ ਜਾਏਗਾ। ਫਿਰ ਸਭ ਕੁਛ ਹੋ ਤੋ ਪਾਏ। ਪਹਿਲਾਂ ਕੀ ਕਿਹਾ, ਕਛੂ ਨਾ ਹੋ ਤੋ ਪਾਏ, ਫਿਰ ਬਾਅਦ ਵਿੱਚ ਕਿਹਾ ਸਭ ਕੁਛ ਹੋ ਤੋ ਪਾਏ। ਬੜੇ ਰਸਤੇ ਖੁੱਲ੍ਹ ਜਾਣੇ ਹਨ। ਤੋ ਬੰਧਨ ਹਨ। ਜਿਵੇਂ ਕੋਈ ਕੈਦੀ ਹੁੰਦਾ ਨਾ, ਕੈਦੀ ਖਾਂਦਾ ਵੀ ਹੈ, ਸਗੋਂ ਉਹਨੂੰ ਭੋਜਨ ਬਣਿਆ ਬਣਾਇਆ ਪਰੋਸ ਕੇ ਦਿੱਤਾ ਜਾਂਦਾ ਹੈ। ਕੈਦੀ ਨੰਗੇ ਥੋੜ੍ਹਾ ਰਹਿੰਦੇ ਨੇ, ਵਸਤਰ ਵੀ ਮਿਲਦੇ ਨੇ ਉਹਨਾਂ ਨੂੰ। ਕੈਦੀਆਂ ਨੂੰ ਇਹ ਥੋੜ੍ਹਾ ਕਿ ਛੱਤ ਨਸੀਬ ਨਹੀਂ ਹੁੰਦੀ, ਛੱਤ ਨਸੀਬ ਹੁੰਦੀ ਹੈ। ਸਗੋਂ ਆਪਣੇ ਘਰ ਦੀ ਛੱਤ ਦੀ ਖਰਾਬੀ ਹੋ ਗਈ, ਸਾਨੂੰ ਖੁਦ ਉਪਰਾਲਾ ਕਰਨਾ ਪੈਂਦਾ। ਜੇਲ੍ਹ ਦੇ ਵਿੱਚ ਕੋਈ ਲਾਈਟ, ਕੋਈ ਪੱਖਾ, ਕੁਝ ਖਰਾਬ ਵੀ ਹੋ ਜਾਵੇ, ਕੈਦੀ ਦੀ ਸਿਰਦਰਦੀ ਥੋੜ੍ਹੀ ਹੈ, ਉੱਥੋਂ ਦਾ ਸਿਸਟਮ। ਪਰ ਫਿਰ ਵੀ ਉਹ ਕੈਦੀ ਹੈ। ਕਿਉਂ? ਕਿਉਂਕਿ ਉਹ ਮਰਜ਼ੀ ਦਾ ਨਹੀਂ ਖਾ ਸਕਦਾ, ਕਿਉਂਕਿ ਉਹ ਮਰਜ਼ੀ ਦਾ ਨਹੀਂ ਪਹਿਨ ਸਕਦਾ। ਕੈਦੀ ਤੇ ਕੈਦੀ ਹੈ ਨਾ, ਆਜ਼ਾਦ ਨਹੀਂ ਹੈ। ਅਸੀਂ ਬੇਸ਼ੱਕ ਬਾਹਰੋਂ ਕੈਦੀ ਨਹੀਂ ਹਾਂ, ਬਾਹਰੋਂ ਅਸੀਂ ਆਜ਼ਾਦ ਹਾਂ, ਪਰ ਅਸੀਂ ਸੋਚ ਕਰਕੇ ਕੈਦੀ ਬਣਾ ਲਏ ਗਏ ਹਾਂ। ਅੱਜ ਅਸੀਂ ਕੋਈ ਵੀ ਦਿਨ ਮਨਾਉਣਾ ਹੋਵੇ, ਕੁਝ ਵੀ ਕਰਨਾ ਹੋਵੇ, ਸਾਡਾ ਪਰਿਵਾਰ ਦਾ ਕੋਈ ਦਿਹਾੜਾ, ਕੋਈ ਧਰਮ ਨਾਲ ਜੁੜਿਆ ਹੋਇਆ, ਸਾਨੂੰ ਕਿਉਂ ਉਹਨਾਂ ਨੂੰ ਪੁੱਛਣਾ ਪੈ ਰਿਹਾ ਹੈ ਜਿਨ੍ਹਾਂ ਨੂੰ ਮਹਾਰਾਜ ਦੀ, ਜਿਨ੍ਹਾਂ ਦੇ ਬਾਰੇ ਬਾਣੀ ਕਹਿ ਰਹੀ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਪਿੰਡ ਕੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਪਿੰਡ ਕੇ। ਅਸੀਂ ਉਹਨਾਂ ਨੂੰ ਕਿਉਂ ਨਹੀਂ, ਅਸੀਂ ਆਪਣੇ ਗੁਰੂ ਦੇ ਨਾਲ ਕਿਉਂ ਨਹੀਂ ਸਾਂਝ ਪਾ ਰਹੇ? ਸਾਨੂੰ ਕਿਸੇ ਹੋਰ ਵਾਲੇ ਪਾਸੇ ਕਿਉਂ ਦੇਖਣਾ ਪੈ ਰਿਹਾ ਹੈ? ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਮਹਾਰਾਜ ਦੀ ਬਾਣੀ ਨੇ, ਸਤਿਗੁਰ ਦੀ ਬਾਣੀ ਨੇ ਸਾਨੂੰ ਬੰਧਨਾਂ ਤੋਂ ਮੁਕਤ ਕੀਤਾ ਹੈ। ਇਸ ਜਿਉਂਦਿਆਂ ਜੀ ਬੰਧਨਾਂ ਤੋਂ ਅਸੀਂ ਮੁਕਤ ਹੋ ਜਾਈਏ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਹੋ, ਉੱਥੇ ਵੀ ਮਹਾਰਾਜ ਨੇ ਕਿਹਾ ਕਿ ਜਿਹੜੇ ਲੋਕ ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਜਿਹੜੇ ਲੋਕ ਖੁਸ਼ੀ 'ਚ ਪਾਗਲ ਨਹੀਂ ਹੋ ਜਾਂਦੇ, ਗਮੀ ਵਿੱਚ ਰੱਬ ਨੂੰ ਉਲਾਮਾ ਨਹੀਂ ਦਿੰਦੇ, ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਜੋ ਬੈਰੀਆਂ ਨੂੰ ਵੀ ਮਿੱਤਰ ਬਣਾਉਣ ਦੀ ਸ਼ਮਤਾ, ਕੋਸ਼ਿਸ਼ ਵਿੱਚ ਹੁੰਦੇ ਨੇ, ਸੋਚ ਵਿੱਚ ਹੁੰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੇ ਜਾਣ, ਉਹਨਾਂ ਨੂੰ ਮੁਕਤ ਕਿਹਾ ਜਾਂਦਾ ਹੈ। ਤੋ ਮੁਕਤੀ ਦਾ ਵਿਸ਼ਾ ਬੜਾ ਕਲੀਅਰ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਅਸੀਂ ਇਸ ਜੀਵਨ ਦੇ ਵਿੱਚ ਔਗੁਣਾਂ ਤੋਂ ਮੁਕਤ ਹੋ ਜਾਈਏ, ਅਸੀਂ ਇਸ ਜੀਵਨ ਦੇ ਵਿੱਚ ਬੁਰਾਈ ਤੋਂ ਮੁਕਤ ਹੋ ਜਾਈਏ ਤੇ ਅਸੀਂ ਆਜ਼ਾਦ ਹਾਂ। ਬੜੀ ਵਾਰੀ ਉਹ ਸਾਖੀ ਦਾ ਜ਼ਿਕਰ ਤੁਸੀਂ ਸੁਣਿਆ ਹੋਵੇਗਾ, ਆਮ ਕਰਕੇ ਪੜ੍ਹਨ ਨੂੰ ਮਿਲਦਾ ਤੇ ਸੁਣਨ ਨੂੰ ਮਿਲਦਾ ਹੈ। ਕੁਝ ਸ਼ਰਾਬੀ ਸਨ, ਕਿਸ਼ਤੀ ਦੇ ਵਿੱਚੋਂ ਬੈਠੇ,
ਸ਼ਾਮ ਪੈ ਚੁੱਕੀ ਸੀ। ਸ਼ਰਾਬੀ ਬੰਦਿਆਂ ਦੇ ਸਰੀਰ ਵਿੱਚ ਕਿੰਨੀ ਕੁ ਤਾਕਤ ਹੋਵੇਗੀ, ਨਸ਼ਾ ਬਹੁਤਾ ਪੀਤਾ ਹੋਇਆ ਸੀ। ਉਹਨਾਂ ਨੇ ਇੱਕ ਕੰਢੇ ਤੋਂ ਦੂਜੇ ਕੰਢੇ ਆਪਣੇ ਘਰ ਆਪਣੇ ਪਿੰਡ ਪਹੁੰਚਣਾ ਸੀ। ਕਿਸ਼ਤੀ ਦੇ ਵਿੱਚ ਬਹਿ ਕੇ ਉਹਨਾਂ ਨੇ ਤੇਜ਼ ਚੱਪੂ ਚਲਾਉਣਾ ਸੀ, ਚੱਪੂ ਨਾਲ ਪਾਣੀ ਪਿੱਛੇ ਕਰਕੇ ਪਹੁੰਚ ਜਾਣਾ ਸੀ। ਪਰ ਸਰੀਰ ਵਿੱਚ ਇੰਨੀ ਤਾਕਤ ਨਹੀਂ ਸੀ। ਉਹ ਸਾਰੇ ਜਣੇ ਬੈਠੇ, ਉਹਨਾਂ ਵਿੱਚੋਂ ਇੱਕ ਨੇ ਕਿਹਾ ਵੀ ਦੇਖੋ ਭਾਈ, ਆਪਣੇ ਵਿੱਚ ਜਿੰਨਾ ਵੀ ਜ਼ੋਰ ਹੈ ਜ਼ੋਰ ਲਾ ਦਿਓ, ਆਪਾਂ ਸ਼ਾਮ ਹੋ ਚੁੱਕੀ ਹੈ, ਕੁਝ ਸਮੇਂ ਤੱਕ ਆਪਾਂ ਆਪਣੇ ਪਿੰਡ ਪਹੁੰਚ ਜਾਵਾਂਗੇ। ਉਹ ਜ਼ੋਰ ਲਾਉਣ ਲੱਗੇ, ਜ਼ੋਰ ਲਾਉਂਦਿਆਂ ਜਿੰਨਾ ਵੀ ਜ਼ੋਰ ਬਚਿਆ ਸੀ ਚੱਪੂ ਨਾਲ ਪਾਣੀ ਪਿੱਛੇ ਕਰਦੇ ਗਏ। ਰਾਤ ਹੋ ਗਈ, ਸੋ ਗਏ। ਤੜਕੇ ਜਦੋਂ ਚਾਨਣਾ ਹੋਇਆ, ਉੱਠੇ, ਕਹਿੰਦੇ ਵਾਹ ਵੀ ਲੋ, ਚਲੋ ਵੀ ਉਤਰੋ, ਆਪਾਂ ਆਪਣੇ ਪਿੰਡ ਪਹੁੰਚ ਗਏ। ਜਦੋਂ ਧਿਆਨ ਦੇ ਨਾਲ ਉਹਨਾਂ ਨੇ ਦੇਖਿਆ, ਧਿਆਨ ਮਾਰਿਆ, ਜਿੱਥੋਂ ਉਹ ਸ਼ੁਰੂ ਹੋਏ ਸਨ ਕਿਸ਼ਤੀ ਉੱਥੇ ਹੀ ਖੜੀ ਸੀ। ਕਾਰਨ ਜਿਹੜੀ ਸੰਗਲ ਜੰਜੀਰ ਕਿਸ਼ਤੀ ਤੇ ਦੀਵਾਰ ਦੇ ਨਾਲ ਬੰਨੀ ਹੋਈ ਸੀ ਉੱਥੇ ਨਹੀਂ। ਚੱਪੂ ਤੇ ਬਹੁਤ ਚਲਾਇਆ, ਜ਼ੋਰ ਤੇ ਬਹੁਤ ਮਾਰਿਆ, ਪਰ ਜੰਜੀਰ ਸੰਗਲ ਨਹੀਂ ਖੋਲ੍ਹੀ। ਅਸੀਂ ਬਾਹਰੀ ਤੌਰ ਦੇ ਧਰਮ ਦੇ, ਪਾਠ ਪੂਜਾ ਦੇ, ਸੇਵਾ ਦੇ ਬਹੁਤ ਚੱਪੂ ਚਲਾਉਂਦੇ ਹਾਂ, ਬੜਾ ਜ਼ੋਰ ਲਾਉਂਦੇ ਹਾਂ ਜੀ। ਰਸੀਦਾਂ ਕਟਾ, ਬਿਲਡਿੰਗ ਫੰਡ, ਲੰਗਰ ਦੇ ਵਿੱਚ ਬਾਲਟੀਆਂ ਢੋ, ਲੰਗਰ ਤਿਆਰ ਕਰ, ਗੁੰਮਤ ਦੀ ਸੇਵਾ, ਨਿਸ਼ਾਨ ਸਾਹਿਬ ਦੀ ਸੇਵਾ, ਕਿੰਨੇ ਪਾਠ ਕਰਨੇ ਹਨ ਕਿ ਬਹੁਤ ਉਪਰਾਲੇ। ਪਰ ਜਿਹੜੇ ਮਨ ਬੁਰੇ ਥਾਵਾਂ ਦੇ ਉੱਤੇ ਸੰਗਲ ਪਾ ਕੇ ਜੁੜੇ ਹੋਏ ਹਨ, ਉਹ ਸਾਨੂੰ ਅੱਗੇ ਨਹੀਂ ਵਧਣ ਦਿੰਦੇ, ਅਸੀਂ ਕਾਮਯਾਬ ਨਹੀਂ ਹੋ ਪਾਉਂਦੇ, ਅਸੀਂ ਬੰਧਨ ਵਿੱਚ ਫਸੇ ਹੋਏ ਹਾਂ। ਤੋ ਅਸੀਂ ਮੁਕਤ ਹੋਣਾ ਹੈ, ਇਹਨਾਂ ਜੰਜੀਰਾਂ ਤੋਂ ਮੁਕਤ ਹੋਣਾ ਹੈ। ਜੰਜੀਰ ਖੋਲਾਂਗੇ, ਥੋੜ੍ਹਾ ਜਿਹਾ ਚੱਪੂ ਮਾਰਿਆ ਸਾਨੂੰ ਮੰਜ਼ਿਲ 'ਤੇ ਲੈ ਜਾਏਗਾ, ਥੋੜ੍ਹਾ ਜਿਹਾ ਉਪਰਾਲਾ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇਹ ਕਿਹਾ ਕਿ ਗੁਰੂ ਕੇ ਸਿੱਖਾ ਤੂੰ ਜਿਉਂਦਿਆਂ ਜੀ ਮੁਕਤ ਹੋ ਜਾ, ਜਿਉਂਦਿਆਂ ਜੀ ਮੁਕਤ ਹੋ ਜਾ। ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਉਹ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।